ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਨਾਮ ਧੰਨ ਵਾਹਿਗੁਰੂ ਸੋਰਠ ਮਹਲਾ ਪੰਜਵਾਂ ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰ ਹੋ ਤਾਰਨ ਹਾਰੇ ਮਾਤਾ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰ ਹੋ ਤਾਰਨ ਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਇਹਾਂ ਉਹਾਂ ਤੁਹਾਰੋ ਤੋਰਾ ਕੀਤੇ ਕਉ ਮੇਰੇ ਸਮਨ ਕਰਨਹਾਰ ਤ੍ਰਿਣ ਜਾਣੈ ਤੂੰ ਦਾਤਾ ਮੰਗਨ ਕਉ ਸਗਲੀ ਦਾਨ ਦੇਹ ਪ੍ਰਭ ਪਨੈ ਖਿਨ ਮੈਂ ਅਵਰ ਖਿਨੈ ਮੈਂ ਅਵਰ ਅਚਰਜ ਚਲਤਾ ਤੁਮਾਰੇ ਔਰੂੜੋ ਗੂੜੋ ਗੈਰ ਗੰਭੀਰੋ ਊਚੋ ਅਗਾਮੇ ਅਪਾਰੇ ਸਾਧ ਸੰਗ ਜੋ ਤੁਮੇ ਮਲਾਇਓ
ਤੋ ਸੁਣੇ ਤੁਮਾਰੀ ਬਾਣੀ ਅਨੰਦ ਪਿਆ ਪੈਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੇ ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੇ ਤੁਮਾਰੀ ਬਾਣੀ ਅਨੰਦ ਪਿਆ ਪੈਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਤੀਸਾ। ਗੁਰੂ ਨਾਨਕ ਪਰਸੋਤਮੰ ਪਰਮ ਪੁਰਾਵਰ ਨਾਥ। ਜੁਗਲ ਚਰਨ ਮਮ ਬੰਦਨਾ
ਦਰ ਪਰ ਦਰ ਕਰ ਮਾਥ, ਜੁਗਲ ਚਰਨ ਮਮ ਬੰਦਨਾ, ਦਰ ਪਰ ਦਰ ਕਰ ਮਾਥ। ਚਬਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ, ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤ ਸੰਗੀ ਜਨੋ, ਵਡਭਾਗੇ ਹਾਂ ਸਤਿਗੁਰੂ ਜੀਆਂ ਦੀ ਕਿਰਪਾ ਦੇ ਸਦਕਾ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਅੰਦਰ ਪਾਵਨ ਹਜ਼ੂਰੀ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਅਦਭੁਤ ਸਤਿਕਾਰ ਸਹਿਤ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਪ੍ਰਸੰਗ ਦੇ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ ਕਿ ਤਪੇ ਦੇ ਕਹਿਣ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ ਪਾਸ ਆਏ, ਜੋ ਕਿਰਸਾਨ ਸਨ, ਖੇਤੀ ਕਰਨ ਵਾਲੇ ਪਿੰਡ ਦੇ ਲੋਕ ਮਹਾਰਾਜ ਜੀਆਂ ਦਾ ਵਿਰੋਧ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਅਤੇ ਹੋਰ ਅਨੇਕਾਂ ਹੀ ਸੇਵਕ ਸਿੱਖ ਜੋ ਪਾਸ ਪਾਤਸ਼ਾਹ ਜੀ ਦੇ ਰਹਿੰਦੇ ਨੇ, ਮਹਾਰਾਜ ਜੀਆਂ ਨੇ ਕਹਿਣਾ ਕੀਤਾ, ਭਾਈ ਜੇਕਰ ਸਾਡੇ ਕਰਕੇ ਇਹਨਾਂ ਨੂੰ ਨੁਕਸਾਨ ਪਹੁੰਚਦਾ ਹੈ, ਫਿਰ ਅਸੀਂ ਇਸ ਨਗਰ ਦੇ ਵਿੱਚ ਰਹਿਣਾ ਨਹੀਂ ਹੈ, ਇਹਨਾਂ ਦਾ ਨੁਕਸਾਨ ਅਸੀਂ ਨਹੀਂ ਕਰਨਾ। ਇਸ ਕਰਕੇ ਇਸ ਨਗਰ ਨੂੰ ਛੱਡਣਾ ਹੀ ਸਮਝਦਾਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਬਾਬਾ ਬੁੱਢਾ ਜੀ ਅਤੇ ਹੋਰ ਅਨੇਕਾਂ ਸਿੱਖ ਨਾਲ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਇੱਥੋਂ ਦੂਰ ਚੱਲ ਕੇ ਇੱਕ ਥੇ ਹੈ, ਉਸ ਜਗ੍ਹਾ ਤੇ ਜਾ ਕੇ ਆਪਣਾ ਡੇਰਾ ਕਰਨਾ ਹੈ। ਮਹਾਰਾਜ ਜੀ ਉਸ ਅਸਥਾਨ ਦੇ ਵੱਲ, ਉਸ ਜਗ੍ਹਾ ਦੇ ਵੱਲ ਰਵਾਨਾ ਹੋਏ। ਪਿੱਛੇ ਜਿੰਨੇ ਵੀ ਸਿੱਖ ਸਨ ਸਾਰੇ ਸਤਿਗੁਰੂ ਸਾਹਿਬ ਜੀਆਂ ਦੇ ਨਾਲ ਤੁਰ ਪਏ ਨੇ। ਹਜ਼ੂਰ ਜੀ ਉਸ ਜਗ੍ਹਾ ਤੇ ਜਾ ਕੇ ਪਲੰਘ ਤੇ ਬੈਠੇ ਨੇ, ਬਾਬਾ ਬੁੱਢਾ ਜੀ ਨਾਲ ਹੈ। ਅਨੇਕਾਂ ਹੀ ਸਿੱਖ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਥੱਲੇ ਬਹਿ ਕਰਕੇ ਪਾਤਸ਼ਾਹ ਜੀਆਂ ਦੇ ਉਪਦੇਸ਼ ਨੂੰ ਸੁਣਨਾ ਕਰ ਰਹੇ ਨੇ। ਆਓ ਅਗਲੀ ਵਿਚਾਰ ਕਵੀ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ, ਤਬ ਸ਼੍ਰੀ ਬੁੱਢੇ ਬਾਕ ਬਖਾਨਾ, ਆਪ ਪਰਮ ਹੋ ਸ਼ਿਮਾ ਨਿਧਾਨਾ, ਦਰੋਹੇ ਅਕਾਰਣ ਤਪਾ ਸੰਤਾਪੀ, ਨਿੰਦਾ ਕਰਹਿ ਅਸ਼ੂਕ ਪਾਪੀ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਬਾਬਾ ਬੁੱਢਾ ਜੀ ਖੜੇ ਨੇ। ਬਾਬਾ ਬੁੱਢਾ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਪਾਤਸ਼ਾਹ ਜੀ ਆਪ ਹੋ ਸ਼ਿਮਾ ਪਰਮ ਨਿਧਾਨਾ, ਕਿ ਤੁਸੀਂ ਤੇ ਖਿਮਾ ਦੇ ਭੰਡਾਰੇ ਹੋ, ਭਾਵ ਤੁਸੀਂ ਤੇ ਅਨੇਕਾਂ ਨੂੰ ਹੀ ਬਖਸ਼ਣ ਵਾਲੇ ਹੋ। ਦਰੋਹੇ ਅਕਾਰਣ ਤਪਾ ਸੰਤਾਪੀ, ਪਰੰਤੂ ਕਹਿੰਦੇ ਨੇ ਕਿ ਬਿਨਾਂ ਕਾਰਨ ਤੋਂ ਹੀ, ਇੱਕ ਤੇ ਕਿਸੇ ਗੱਲ ਦਾ ਕਾਰਨ ਹੁੰਦਾ ਹੈ, ਕਿਸੇ ਚੀਜ਼ ਦਾ ਕਾਰਨ ਹੁੰਦਾ ਹੈ। ਕਹਿੰਦੇ ਪਰ ਪਾਪੀ ਦਰੋਹੀ ਹੈ ਜਿਹੜਾ, ਅਪਰਾਧੀ ਹੈ ਜਿਹੜਾ ਤਪਾ, ਉਹ ਬਿਨਾਂ ਕਾਰਨ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਨਿੰਦਿਆ ਕਰੀ ਜਾ ਰਿਹਾ ਹੈ। ਤੁਹਾਡੇ ਖਿਲਾਫ ਇਹਨੇ ਪਤਾ ਨਹੀਂ ਇਹਨਾਂ ਨੂੰ ਕੀ ਕੀ ਬੋਲਿਆ ਹੋਵੇਗਾ, ਜੋ ਇੱਥੋਂ ਤੱਕ ਪਿੰਡ ਵਾਲੇ ਉੱਤਰ ਆਏ ਨੇ। ਇਹ ਰਾਹਕ ਮੂਰਖ ਮਤਹੀਨੇ, ਹਿਰਦੇ ਵਿਚਾਰ ਜਿਨਹੁ ਨਹਿ ਕੀਨੇ। ਬਾਬਾ ਬੁੱਢਾ ਜੀ ਕਹਿੰਦੇ ਸਭ ਤੋਂ ਵੱਡੇ ਮੂਰਖ ਤੇ ਉਹ ਨੇ ਜਿਨ੍ਹਾਂ ਨੇ ਹਿਰਦੇ ਵਿੱਚ ਕੁਝ ਵਿਚਾਰ ਹੀ ਨਹੀਂ ਕੀਤੀ, ਸਮਝਦਾਰੀ ਵਾਲੀ ਗੱਲ ਹੀ ਨਹੀਂ ਕੀਤੀ, ਕਿ ਜਿਵੇਂ ਤਪੇ ਨੇ ਆਖਿਆ ਬਿਲਕੁਲ ਉਹਦੀਆਂ ਗੱਲਾਂ ਤੇ ਯਕੀਨ ਕਰ ਲਿਆ, ਉਹਦੇ ਕਹਿਣੇ ਤੇ ਯਕੀਨ ਕਰ ਲਿਆ। ਇਹ ਰਾਹਕ ਮੂਰਖ ਮਤਹੀਨੇ, ਰਾਹਕ ਕਹਿੰਦੇ ਨੇ ਕਿਸਾਨਾਂ ਨੂੰ ਜੋ ਆਏ ਪਾਸ ਪਾਤਸ਼ਾਹ ਜੀ ਦੇ।
ਕਹਿੰਦੇ ਮਤ ਤੋਂ ਹੀਣੇ ਲੱਗਦੇ ਨੇ, ਮਤ ਤੋਂ ਖਾਲੀ ਲੱਗਦੇ ਨੇ। ਇਹਨਾਂ ਦੇ ਚੰਗੀ ਮਤ ਨਹੀਂ ਹੈ। ਹਿਰਦੇ ਵਿਚਾਰ ਜਿਨਹੁ ਨਹੀਂ ਕੀਨੇ, ਜਿਨ੍ਹਾਂ ਨੇ ਇੱਕ ਵਾਰ ਵੀ ਹਿਰਦੇ ਦੇ ਵਿੱਚ ਆਪਣੇ ਮਨ ਦੇ ਵਿੱਚ ਵਿਚਾਰ ਨਹੀਂ ਕੀਤੀ। ਆਨ ਆਪ ਕੋ ਕੇ ਅਪਮਾਨਾ, ਸਭ ਸਿਰ ਮੌਰ ਉਚਿਤ ਸਨਮਾਨਾ। ਹਜ਼ੂਰ ਸੱਚੇ ਪਾਤਸ਼ਾਹ ਜੀ ਤੁਹਾਨੂੰ ਤੇ ਸਾਰੇ ਹੀ ਸਨਮਾਨ ਦਿੰਦੇ ਨੇ। ਤੁਹਾਡਾ ਤੇ ਸਾਰਿਆਂ ਤੋਂ ਵੱਡਾ ਆਦਰ ਹੈ, ਸਭ ਤੋਂ ਵੱਡੇ ਤੁਸੀਂ ਸਮਰੱਥ ਹੋ। ਇਸ ਕਰਕੇ ਕਹਿੰਦੇ ਇਹਨਾਂ ਮੂਰਖਾਂ ਨੇ ਤਪੇ ਦੇ ਪਿੱਛੇ ਲੱਗ ਕਰਕੇ ਤੁਹਾਡਾ ਅਪਮਾਨ ਕਰਨਾ ਕੀਤਾ ਹੈ। ਤੁਹਾਨੂੰ ਮਾੜੇ ਬਚਨ ਵੀ ਕਹੇ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚੋਂ ਜਾਣ ਲਈ ਵੀ ਇਹ ਨਾ ਆਖਿਆ। ਕਹਿਣ ਲੱਗੇ, ਬਾਬਾ ਬੁੱਢਾ ਜੀ ਕਹਿਣ ਲੱਗੇ, ਆਪ ਤੇ ਸਭ ਦੇ ਵੱਡੇ ਹੋ ਤੇ ਸਤਿਕਾਰਯੋਗ ਹੋ, ਆਦਰਯੋਗ ਹੋ। ਤੁਮਰੀ ਕਰੀ ਅਵਗਿਆ ਜਾਏ, ਤਪਾ ਪਾਏ ਫਲ ਅਤ ਦੁਖ ਹੋਏ। ਬਾਬਾ ਬੁੱਢਾ ਜੀ ਕਹਿੰਦੇ, ਸਤਿਗੁਰੂ ਜੀ ਇਹਨਾਂ ਨੇ ਤੁਹਾਡੀ ਅਵਗਿਆ ਕੀਤੀ ਹੈ, ਇਹਨਾਂ ਨੇ ਤੁਹਾਡੇ ਬਚਨਾਂ ਨੂੰ ਮੰਨਿਆ ਨਹੀਂ, ਬਚਨਾਂ ਤੋਂ ਬਾਹਰ ਹੋ ਗਏ ਨੇ। ਪਰ ਹਾਂ, ਇਹਨਾਂ ਨੂੰ ਬਚਨਾਂ ਤੋਂ ਕਰਨ ਵਾਲਾ, ਬਾਹਰ ਕਰਨ ਵਾਲਾ ਕੌਣ ਹੈ? ਤਪਾ। ਬਾਬਾ ਬੁੱਢਾ ਜੀ ਕਹਿ ਰਹੇ ਨੇ, ਤਪਾ ਪਾਏ ਫਲ ਅਤ ਦੁਖ ਹੋਏ। ਕਹਿੰਦੇ ਨੇ ਕਿੰਨਾ ਕੁ ਚਿਰ ਇਹ ਇਸ ਤਰ੍ਹਾਂ ਆਪਣੀ ਜ਼ਿੰਦਗੀ ਝੂਠ ਦੇ ਸਹਾਰੇ ਬਤੀਤ ਕਰੇਗਾ। ਇੱਕ ਨਾ ਇੱਕ ਦਿਨ ਤਾਂ ਇਹਦੇ ਸਾਹਮਣੇ, ਸਭ ਦੇ ਸਾਹਮਣੇ ਇਹਦਾ ਸੱਚ ਆਉਣਾ ਹੀ ਹੈ। ਤਾਂ ਜਿਸ ਵਕਤ ਇਹਦੇ ਸਾਹਮਣੇ ਇਹਦਾ ਸੱਚ ਸਾਰਿਆਂ ਦੇ ਸਾਹਮਣੇ ਆਵੇਗਾ, ਕਹਿੰਦੇ ਫਿਰ ਇਹ ਬਹੁਤ ਭਾਰੀ ਦੁੱਖ ਇਹਨੂੰ ਪ੍ਰਾਪਤ ਹੋਵੇਗਾ, ਦੁੱਖ ਲੱਗੇਗਾ। ਕਿਉਂਕਿ ਆਪਣੇ ਆਪ ਨੂੰ ਇਹ ਸੰਤ ਮੰਨਦਾ ਏ, ਆਪਣੇ ਆਪ ਨੂੰ ਇਹ ਸਾਧੂ ਮੰਨਦਾ ਏ, ਪਰ ਅਸਲ ਦੇ ਵਿੱਚ ਇਹ ਹੈ ਭਰਿਆ ਹੰਕਾਰ ਦਾ ਏ, ਭਰਿਆ ਇਹ ਮੋਹ ਦਾ ਏ, ਭਰਿਆ ਇਹ ਲਾਲਚ ਦਾ ਏ। ਇਹਦੇ ਪਾਸ, ਇਹਦੇ ਵਿੱਚ ਸੰਤ ਵਾਲਾ ਤਾਂ ਇੱਕ ਵੀ ਲੱਛਣ ਨਹੀਂ ਹੈ। ਜੇਕਰ ਵਾਕਈ ਇਹਦਾ ਸੁਭਾਅ ਸਾਧੂ ਬਿਰਤੀ ਵਾਲਾ ਹੁੰਦਾ ਤੇ ਕਦੇ ਵੀ ਆਮ ਪਬਲਿਕ ਨੂੰ, ਆਮ ਲੋਕਾਂ ਨੂੰ, ਇਹਨਾਂ ਭੋਲਿਆਂ ਨੂੰ ਤੁਹਾਡੇ ਪਾਸ ਨਹੀਂ ਸੀ ਇਹਨੇ ਭੇਜਣਾ। ਕਿਉਂਕਿ ਮਨ ਦੇ ਵਿੱਚ ਈਰਖਾ ਏ, ਮਨ ਦੇ ਵਿੱਚ ਦਵੈਤ ਭਾਵਨਾ ਏ। ਇਸ ਕਰਕੇ ਕਹਿੰਦਾ, ਤਪਾ ਫਾਏ ਫਲ ਅਤ ਦੁਖ ਹੋਏ। ਅੰਤ ਸਮੇਂ ਕਹਿੰਦੇ ਨੇ ਤਪੇ ਨੇ ਬਹੁਤ ਭਾਰੀ ਦੁੱਖ ਪ੍ਰਾਪਤ ਕਰਨਾ ਹੈ। ਜਿਸ ਤਰ੍ਹਾਂ ਦਾ ਕਾਰਜ ਕਰ ਰਿਹਾ ਹੈ, ਜਿਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ, ਦੁੱਖ ਤਾਂ ਇਹਨੂੰ ਪਾਉਣਾ ਹੀ ਪਵੇਗਾ। ਬਿਨ ਕਾਰਨ ਹੀ ਦਵੈਸ਼ ਕਮਾਹੇ, ਹਸਹਿ ਨਿਕਾਸ ਕਹਾਂ ਸੁਖ ਪਾਹੇ। ਬਿਨਾਂ ਕਾਰਨ ਤੋਂ ਹੀ ਕਹਿੰਦੇ ਦਵੈਸ਼ ਭਾਵ ਕੇ ਸਾਰਿਆਂ ਨੂੰ ਦੁਬਿਧਾ ਦੇ ਵਿੱਚ ਪਾ ਕੇ, ਸਾਰਿਆਂ ਦੇ ਨਾਲ ਇਹਨੇ, ਇਹਨਾਂ ਨੂੰ ਭੜਕਾ ਕੇ ਸਾਡੇ ਨਾਲ ਇਹਨੇ, ਇਉਂ ਕਹਿ ਲਓ ਕਿ ਇਹਨਾਂ ਨੂੰ ਸਾਡੇ ਪਾਸ ਭੇਜਿਆ ਏ, ਵੈਰ ਪਾਇਆ ਏ, ਵੈਰ ਕਮਾ ਰਿਹਾ ਏ। ਇਸ ਕਰਕੇ ਕਹਿੰਦੇ ਜੇਕਰ ਅਸੀਂ ਇਸ ਨਗਰ ਦੇ ਵਿੱਚੋਂ ਆ ਹੀ ਗਏ ਹਾਂ, ਕਹਿੰਦੇ ਫਿਰ ਵੀ ਇਹ ਹੱਸਦਾ ਏ, ਹਸਹਿ ਨਿਕਾਸ ਕਹਾਂ ਸੁਖ ਪਾਵੇ। ਇਹਦੇ ਮਨ ਦੇ ਵਿੱਚ ਹੈ ਕਿ ਸ਼ਾਇਦ ਮੈਂ ਗੁਰੂ ਸਾਹਿਬ ਜੀ ਨੂੰ ਭਾਵ ਕਿ ਤੁਹਾਨੂੰ ਇਸ ਨਗਰ ਦੇ ਵਿੱਚੋਂ ਕੱਢ ਕਰਕੇ ਬਹੁਤ ਸਾਰਾ ਧਨ ਪਦਾਰਥ ਜਿਹੜਾ ਮੈਂ ਇਕੱਠਾ ਕਰ ਲਵਾਂਗਾ, ਜਾਂ ਆਮ ਲੋਕਾਂ ਨੂੰ, ਇਹਨਾਂ ਨੂੰ ਆਪਣੇ ਵੱਲ ਲੈ ਕਰਕੇ ਇਹਨਾਂ ਦੇ ਪਾਸ ਜੋ ਵੀ ਅਨਾਜ ਹੈ, ਧਨ ਪਦਾਰਥ ਹੈ, ਉਹਨਾਂ ਨੂੰ ਇਕੱਠਿਆਂ ਕਰਕੇ ਫਿਰ ਮੈਂ ਚਲਿਆ ਜਾਵਾਂਗਾ ਇਥੋਂ। ਬਾਬਾ ਬੁੱਢਾ ਜੀ ਕਹਿ ਰਹੇ ਨੇ, ਇਸ ਕਰਕੇ ਹਸਹਿ ਨਿਕਾਸ ਕਹਾਂ ਸੁਖ ਪਾਵੇ। ਇਸ ਤਰ੍ਹਾਂ ਇਹ ਕਿੰਨਾ ਕੁ ਚਿਰ ਸੁਖ ਪਾ ਲਏਗਾ? ਬਹੁਤਾ ਲੰਮਾ ਸਮਾਂ ਇਹ ਸੁਖ ਦਾ ਬਤੀਤ ਨਹੀਂ ਕਰ ਸਕਦਾ। ਅਜਰ ਜਰਨ ਧੀਰਜ ਤੁਮ ਮਾਹੀ, ਕਰ ਸ਼ਕ ਹੈ ਸਮਤਾ ਅਸਨਾਹੀ। ਕਹਿੰਦੇ ਤੁਸੀਂ ਅਜਾਰ ਜਰਨ ਭਾਵ ਕੇ ਜੇਕਰ ਕੋਈ ਤੁਹਾਡੇ ਪਾਸ ਆਣ ਕੇ ਮੰਦੇ ਬੋਲ ਬੋਲਦਾ ਏ, ਉਹਨੂੰ ਵੀ ਜਰਨ ਦੀ ਤੁਹਾਡੇ ਵਿੱਚ ਸਮਰੱਥਾ ਹੈ। ਉਹਨੂੰ ਵੀ ਤੁਸੀਂ, ਉਸ ਇਨਸਾਨ ਨੂੰ ਵੀ, ਉਹਦੇ ਬੋਲਾਂ ਨੂੰ ਵੀ ਜਰ ਲੈਂਦੇ ਹੋ। ਧੀਰਜ ਤੁਮ ਮਾਹੀ, ਕਹਿੰਦੇ ਤੁਹਾਡੇ ਵਿੱਚ ਧੀਰਜ ਬਹੁਤ ਹੈ, ਤੁਹਾਡਾ ਸੁਭਾਅ ਬਹੁਤ ਵਿਸ਼ਾਲ, ਹਿਰਦਾ ਬਹੁਤ ਵਿਸ਼ਾਲ ਹੈ, ਖਿਮਾ ਵਾਲਾ ਹਿਰਦਾ। ਇਸ ਕਰਕੇ ਕਰ ਸ਼ੱਕ ਹੈ ਸਮਤਾ ਅਸਮਾਹੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇਹਦੇ ਵਿੱਚ ਰੰਚਕ ਮਾਤਰ ਵੀ ਕੋਈ ਦੋਏ ਰਾਏ ਨਹੀਂ ਹੈ। ਸ਼ਿਮਾਵੰਤ ਸ਼ਿਮ ਜਿਮ ਸਭ ਕਾਲਾ, ਕਹਿ ਰਾਵਰ ਮੈਂ ਸ਼ਿਮਾ ਵਿਸਾਲਾ। ਕਹਿੰਦੇ ਜਿਵੇਂ ਧਰਤੀ ਦੇ ਵਿੱਚ ਪਾਣੀ ਹੈ ਨਾ, ਪਾਣੀ ਦਾ ਸੁਭਾਅ ਹੁੰਦਾ ਹੈ ਹਮੇਸ਼ਾ ਹੀ ਨਿਵਾਣ ਵੱਲ ਨੂੰ ਵਹਿਣਾ। ਹਜ਼ੂਰ ਜੀ ਨੂੰ ਕਹਿ ਰਹੇ ਨੇ ਬਾਬਾ ਬੁੱਢਾ ਜੀ, ਕਹਿੰਦੇ ਕਿ ਤੁਹਾਡਾ ਸੁਭਾਅ ਵੀ ਇਸੇ ਤਰ੍ਹਾਂ ਹੈ, ਸਦਾ ਨਿਮਰਤਾ ਦੇ ਵਿੱਚ ਰਹਿੰਦੇ ਹੋ।
ਤੇ ਸਾਰਿਆਂ ਨੂੰ ਖਿਮਾ ਕਰਨ ਦੀ, ਸਾਰਿਆਂ ਨੂੰ ਖਿਮਾ ਕਰਨ ਦੀ ਵਿੱਚ ਤੁਹਾਡੇ ਵਿੱਚ ਅਥਾਹ ਸ਼ਕਤੀ ਹੈ। ਸਾਰਿਆਂ ਨੂੰ ਤੁਸੀਂ ਬਖਸ਼ਣ ਵਾਲੇ ਹੋ। ਆਪ ਸਮਰੱਥ ਚਹੋ ਜੋ ਕਰਹੁ, ਸਭ ਹਿਨ ਡਰਾਵਹੁ ਤੁਮ ਨਹੀਂ ਡਰਹੁ। ਤੁਸੀਂ ਸਮਰੱਥ ਹੋ। ਸੰਸਾਰ ਦੇ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਤੁਸੀਂ ਡਰ ਰੱਖਦੇ ਹੋ, ਉਹ ਨਿਰਭਉ ਨੂੰ ਜਪਦੇ ਹੋ। ਹੋਰ ਕਿਸੇ ਦਾ ਮਨ ਵਿੱਚ ਤੁਸੀਂ ਡਰ ਨਹੀਂ ਰੱਖਦੇ। ਏਕ ਬਾਕ ਸੋ ਬਿਨਾ ਉਪਾਏ, ਮਾਰੋ ਸਭਨ ਦੇਹ ਜੀਵਾਏ। ਤੁਹਾਡੇ ਤੇ ਇੱਕ ਬਚਨ ਦੀ ਖੇਡ ਹੈ। ਤੁਸੀਂ ਤਾਂ ਇੱਕ ਬਚਨ ਆਪਣੀ ਰਸਨਾ ਤੋਂ ਕਹਿ ਦੇਵੋ, ਉਸੇ ਤਰ੍ਹਾਂ ਹੋ ਜਾਵੇਗਾ। ਤੁਹਾਡੇ ਪਾਸ ਭਾਵੇਂ ਮਨ ਕਰਕੇ ਵਿਕਾਰਾਂ ਦੇ ਵਿੱਚ ਗਰਸਿਆ ਹੋਇਆ ਇਨਸਾਨ ਆ ਜਾਂਦਾ ਹੈ। ਕਹਿੰਦੇ ਸਤਿਗੁਰੂ ਜੀ ਤੁਸੀਂ ਵੀ ਤੇ ਉਹਨੂੰ ਇੱਕ ਨਵਾਂ ਜੀਵਨ ਬਖਸ਼ ਦਿੰਦੇ ਹੋ, ਇੱਕ ਨਵੀਂ ਸਿੱਖਿਆ ਉਹਨੂੰ ਜੀਵਨ ਦੇ ਵਿੱਚ ਦੇ ਦਿੰਦੇ ਹੋ। ਆਪ ਸਮਰੱਥ ਚਾਹੋ ਜੋ ਕਰਹੁ। ਕਹਿੰਦੇ ਤੁਸੀਂ ਤਾਂ ਸਮਰੱਥ ਹੋ। ਜੋ ਤੁਹਾਡੇ ਹੱਥ ਵਿੱਚ ਹੈ, ਜੋ ਤੁਸੀਂ ਚਾਹੋ ਉਹ ਕਰ ਸਕਦੇ ਹੋ। ਤਿਨ ਕੇ ਕਹੇ ਨਿਕਸ ਅਬ ਆਏ, ਨਹੀਂ ਆਪਨੇ ਕਛੂ ਜਨਾਏ। ਕਹਿੰਦੇ ਇਹਨਾਂ ਦੇ ਕਹਿਣ ਤੇ ਤੁਸੀਂ ਆ ਗਏ। ਹੋਰਨਾਂ ਲੋਕਾਂ ਦੇ ਵਾਂਗ, ਹੋਰਨਾਂ ਮਨੁੱਖਾਂ ਦੇ ਵਾਂਗ ਤੁਸੀਂ ਇਹਨਾਂ ਨਾਲ ਝਗੜਾ ਨਹੀਂ ਕੀਤਾ। ਕੋਈ ਹੋਰ ਹੁੰਦਾ ਤਾਂ ਇਹਦੇ ਸਾਹਮਣੇ, ਇਹਨਾਂ ਦੇ ਸਾਹਮਣੇ ਕੁਝ ਨਾ ਕੁਝ ਉਹ ਬੋਲਦਾ ਜ਼ਰੂਰ, ਪਰ ਸਤਿਗੁਰੂ ਜੀ ਤੁਹਾਡਾ ਸੁਭਾਅ ਇਸ ਤਰ੍ਹਾਂ ਦਾ ਹੈ, ਭਾਵ ਕਿ ਤੁਸੀਂ ਤੇ ਆਪ ਆਖਿਆ ਕਿ ਅਸੀਂ ਇਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ, ਇਹਨਾਂ ਨੂੰ ਵੀ ਕਿਸੇ ਤਕਲੀਫ ਦੇ ਵਿੱਚ ਵੇਖਣਾ ਨਹੀਂ ਚਾਹੁੰਦੇ। ਇਸ ਕਰਕੇ ਜਿਉ ਤੁਮ ਭਾਵਹੁ ਸੋਈ ਭਲੇ, ਹਮਰੋ ਕਹਿ ਨਹੀਂ ਕਛ ਚਲੇ। ਬਾਬਾ ਬੁੱਢਾ ਜੀ ਕਹਿ ਰਹੇ ਨੇ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਵੇਂ ਤੁਹਾਨੂੰ ਚੰਗਾ ਲੱਗਦਾ ਏ, ਜਿਵੇਂ ਤੁਹਾਡੀ ਮੌਜ ਹੈ, ਤੁਸੀਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਰਹਿਣ ਵਾਲੇ ਹੋ, ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਠੀਕ ਹੈ, ਭਲ ਹੈ, ਉਹਨੂੰ ਹੀ ਅਸੀਂ ਸਤ ਕਰਕੇ ਮੰਨਦੇ ਹਾਂ। ਹਮਰੋ ਕਹਿਣ ਨਹੀਂ ਕਛ ਚਲੇ, ਅਸੀਂ ਨਹੀਂ ਕੁਝ ਵੀ ਕਹਿ ਸਕਦੇ। ਕਿਉਂ? ਕਿਉਂਕਿ ਆਪ ਜੀ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਭਾਣੇ ਦੇ ਵਿੱਚ ਹੀ ਚੱਲਣਾ ਹੈ। ਇਮ ਕਹਿ ਮੋਨ ਧਰ ਕਬ ਜੈਸੇ, ਪਿਖੇ ਗੁਰੂ ਗਤ ਕਰ ਹੈ ਜੈਸੇ। ਕਹਿੰਦੇ ਇਹਨੇ ਬਚਨ ਕਹਿ ਕਰਕੇ ਬਾਬਾ ਬੁੱਢਾ ਜੀ ਮੋਨ ਧਾਰ ਕੇ, ਭਾਵ ਕੇ ਚੁੱਪ ਕਰਕੇ ਹਾਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਬੈਠ ਗਏ ਨੇ। ਨਿਜ ਪ੍ਰਤਾਪ ਕੋ ਨਹੀਂ ਜਨਾਵਹਿ, ਆਪਰ ਨਰਨ ਸਮ ਆਪਨ ਦਿਖਾਵਹਿ। ਕਹਿੰਦੇ ਨੇ ਕਵੀ ਜੀ ਕਹਿ ਰਹੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣਾ ਆਪ ਨਹੀਂ ਜਨਾ ਰਹੇ, ਭਾਵ ਇਹ ਮਨ ਦੇ ਵਿੱਚ ਰਤਾ ਜਿੰਨਾ ਵੀ ਇਹਨਾਂ ਦੇ ਇਹ ਖਿਆਲ ਨਹੀਂ ਕਿ ਸਾਨੂੰ ਉਸ ਨਗਰ ਦੇ ਵਿੱਚੋਂ, ਉਸ ਨਗਰ ਦੇ ਲੋਕਾਂ ਨੇ ਸਾਨੂੰ ਬਾਹਰ ਵਾਸਤੇ, ਭਾਵ ਕੇ ਬਾਹਰ ਜਾਣ ਲਈ ਕਹਿ ਦਿੱਤਾ ਹੈ। ਆਮ ਮਨੁੱਖਾਂ ਦੇ ਵਾਂਗ, ਹੋਰਨਾਂ ਸੇਵਕਾਂ ਦੇ ਵਾਂਗ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਰਹਿ ਰਹੇ ਨੇ, ਕਹਿੰਦੇ ਉਸੇ ਤਰ੍ਹਾਂ ਹਾਜ਼ੂਰ ਜੀ ਆਪਣਾ ਸੁਭਾਅ, ਭਾਵ ਕਿ ਆਪਣੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀ ਰਜ਼ਾ ਦੇ ਵਿੱਚ ਰਹਿਣਾ ਕਰ ਰਹੇ ਨੇ। ਦੋਹਰਾ ਤੇਜੋ ਕੇ ਨੰਦਨ ਜੋ ਸੇਵ ਕਰਤ ਦਿਨ ਰਹਿਣ, ਗਮਨੇ ਹੁਤੇ ਨਕੇਤ ਕੋ ਪ੍ਰੇਮ ਭਰੇ ਜੁਗ ਨੈਣ। ਕਵੀ ਜੀ ਬਿਆਨ ਕਰ ਰਹੇ ਨੇ, ਅਗਲੇ ਪ੍ਰਸੰਗ ਦੀ ਆਰੰਭਤਾ ਕਰ ਰਹੇ ਨੇ। ਕਹਿੰਦੇ ਤੇਜ ਭਾਨ ਦੇ ਸਪੁੱਤਰ, ਭਾਵ ਬਾਬਾ ਅਮਰਦਾਸ ਜੀ, ਜੋ ਕਿ ਦਿਨ ਰਾਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਕਹਿੰਦੇ ਕਿ ਉਹ ਗੋਇੰਦਵਾਲ ਦੀ ਧਰਤੀ ਤੇ ਸੇਵਾ ਕਰ ਰਹੇ ਨੇ। ਤੇ ਇਹਨਾਂ ਦਿਨਾਂ ਦੇ ਵਿੱਚ ਗਮਨੋ ਹੁਤੋ ਨਕੇਤ ਕੋ ਪ੍ਰੇਮ ਭਰੇ ਜੁਗ ਨੈਣ, ਕਿ ਪ੍ਰੇਮ ਦੇ ਵਿੱਚ, ਪ੍ਰੇਮ ਦੇ ਨੈਣਾਂ ਦੇ ਵਿੱਚ, ਭਾਵ ਕਿ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਨੂੰ ਧਾਰਨ ਕਰਕੇ ਕਹਿੰਦੇ ਨੇ ਗੋਇੰਦਵਾਲ ਦੀ ਧਰਤੀ ਦੇ ਉੱਤੇ ਸੇਵਾ ਕਰ ਰਹੇ ਨੇ। ਚਾਓ ਭਈ ਨਿਕਸੇ ਗੁਰੂ ਪਿਸ਼ਾਰੀ ਆਇਓ, ਡੇਰੇ ਗ੍ਰਾਮ ਵਿਖੇ ਦਰਸਾਇਓ, ਤੈ ਸੰਗੀ ਨਿਜ ਕੋਈ ਨਾ ਦੇਖਾ, ਸਹਿਤ ਗੁਰੂ ਨਹਿ ਸਿੱਖ ਅਸੇਖਾ। ਕਹਿੰਦੇ ਇੱਕ ਦਿਨ ਬਾਬਾ ਅਮਰਦਾਸ ਜੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਦਰਸ਼ਨ ਕਰਨ ਦੇ ਵਾਸਤੇ ਖਡੂਰ ਸਾਹਿਬ ਦੀ ਧਰਤੀ ਤੇ ਆਏ। ਹੁਣ ਜਿਸ ਵਕਤ ਬਾਬਾ ਅਮਰਦਾਸ ਜੀ ਉਸ ਪਿੰਡ ਵਿੱਚ ਪਹੁੰਚੇ ਨੇ, ਪਰ ਜਿਸ ਟਾਈਮ ਦੇ ਉੱਤੇ ਧਰਮਸ਼ਾਲਾ ਦੇ ਵਿੱਚ ਗਏ, ਜਾ ਕੇ ਕੀ ਦੇਖਦੇ ਨੇ, ਤੈ ਸੰਗੀ ਨਿਜ ਕੋਈ ਨਾ ਦੇਖਾ।
ਉਥੇ ਤੇ ਨਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਨਾ ਹੀ ਉਹਨਾਂ ਦੇ ਨਾਲ ਸੰਗ ਰਹਿਣ ਵਾਲੇ ਜੋ ਅਨੇਕਾਂ ਹੀ ਸਿੱਖ ਸਨ। ਸਹਿਤ ਗੁਰੂ ਨੇ ਸਿੱਖ ਅਸੇਖਾ ਜੋ ਗੁਰੂ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਸਨ, ਹਜ਼ੂਰ ਜੀ ਦੇ ਪਾਸ ਰਹਿੰਦੇ ਸਨ। ਕਹਿੰਦੇ ਨੇ ਕਿ ਧਰਮਸ਼ਾਲ, ਇੱਥੇ ਕਵੀ ਜੀ ਨੇ ਡੇਰਾ ਸ਼ਬਦ ਵਰਤਿਆ। ਕਹਿੰਦੇ ਧਰਮਸ਼ਾਲ ਦੇ ਵਿੱਚ ਕੋਈ ਵੀ ਨਹੀਂ ਹੈ, ਖਾਲੀ ਹੈ ਧਰਮਸ਼ਾਲ। ਉਸ ਟਾਈਮ ਤੇ ਬੋਝਨ ਕੀਨ ਗੁਰੂ ਕਿਤ ਗਏ, ਸਿੱਖ ਜੇ ਸਗਲ ਸੰਗ ਹੀ ਲਏ। ਕੌਣ ਕਾਜ ਤਿਨ ਕਉ ਅਸ ਭਇਓ, ਤਤ ਛਿਨ ਗਮਨ ਵਹਿਰ ਕੋ ਗਇਓ। ਕਹਿੰਦੇ ਕਿ ਉਸੇ ਟਾਈਮ ਉਹਨਾਂ ਬਾਹਰ ਆ ਕੇ ਪੁੱਛਣਾ ਕੀਤਾ, ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਕਿੱਥੇ ਚਲੇ ਗਏ ਨੇ। ਸਿੱਖ ਜੇ ਸਗਲ ਸੰਗ ਹੀ ਲਈ। ਐਸਾ ਕਿਹੜਾ ਕੰਮ ਪੈ ਗਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੱਖ ਆਪਣੇ ਨਾਲ ਲਏ ਨੇ। ਜੇਕਰ ਕਿਧਰੇ ਕੋਈ ਕੰਮ ਪੈ ਜਾਂਦਾ, ਕਿਤੇ ਜਾਣਾ ਹੁੰਦਾ, ਤੇ ਆਪਣੇ ਨਾਲ ਉਹਨਾਂ ਇੱਕ ਦੋ ਸਿੱਖ ਲੈ ਕੇ ਜਾਣਾ ਸੀ, ਪਰ ਇੱਥੇ ਤੇ ਕੋਈ ਵੀ ਨਹੀਂ ਹੈ। ਕੌਣ ਕਾਜ ਤਿਨ ਕਉ ਅਸ ਭਇਓ। ਆਸ ਕਹਿੰਦੇ ਨੇ ਕਿ ਇਹੋ ਜਿਹਾ ਕਿਹੜਾ ਕਾਜ ਪੈ ਗਿਆ ਹੈ, ਇਹੋ ਜਿਹਾ ਕਿਹੜਾ ਕੰਮ ਪੈ ਗਿਆ ਹੈ। ਤਤ ਛਿਨ ਗਮਨ ਵਹਿਰ ਕੇ ਲਿਓ, ਕਿ ਇੱਕਦਮ ਹੀ ਆਪਣੇ ਸਿੱਖਾਂ ਦੇ ਨਾਲ, ਆਪਣੇ ਸਾਥੀਆਂ ਦੇ ਨਾਲ ਜੋ ਪਾਤਸ਼ਾਹ ਜੀ ਦੇ ਪਾਸ ਰਹਿਣਾ ਕਰ ਰਹੇ ਨੇ, ਕਹਿੰਦੇ ਕਿ ਉਹਨਾਂ ਦੇ ਨਾਲ ਉਹ ਇਸ ਜਗ੍ਹਾ ਤੋਂ ਬਾਹਰ ਨੂੰ ਚਲੇ ਗਏ ਹਨ। ਸੁਨ ਕਿਸ ਨਰ ਨੇ ਕਥਾ ਬਖਾਨੀ, ਪਾਪੀ ਤਪੇ ਦੁਸ਼ਟਾਂ ਠਾਨੀ। ਕਹਿਓ ਕਿ ਬਰਖਾ ਹੋਵਹਿ ਤਦਾ, ਸ਼੍ਰੀ ਗੁਰ ਅੰਗਦ ਨਿਕਸਹਿ ਜਦਾ। ਜਿਸ ਟਾਈਮ ਦੇ ਉੱਤੇ ਇੰਨੀ ਗੱਲ ਕਹੀ, ਕਹਿਣ ਲੱਗੇ ਕਿ ਇਹ ਸਾਰੇ ਗੱਲ ਸੁਣ ਕੇ ਬਾਬਾ ਅਮਰਦਾਸ ਜੀ ਦੀ ਇੱਕ ਵਿਅਕਤੀ ਨੇ ਸਾਰੀ ਕਥਾ ਸੀ ਜਿਹੜੀ, ਸਾਰਾ ਵਾਕਿਆ ਜਿਹੜਾ ਸੀ ਉਹ ਸੁਣਾਉਣਾ ਕੀਤਾ। ਕਹਿੰਦੇ ਜੀ ਗੱਲ ਇਸ ਤਰ੍ਹਾਂ ਹੋਈ ਹੈ, ਪਾਪੀ ਤਪੇ ਦੁਸ਼ਟਾਂ ਠਾਨੀ। ਜੋ ਇਸ ਨਗਰ ਦੇ ਵਿੱਚ ਪਾਪੀ ਤੇ ਮੰਦ ਬੁੱਧੀ ਵਾਲਾ ਤਪਾ ਰਹਿ ਰਿਹਾ ਏ, ਉਹਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਬਦੀ ਕਮਾਈ ਹੈ, ਭਾਵ ਕਿ ਮਾੜਾ ਸਲੂਕ ਕਮਾਇਆ ਹੈ। ਕਹਿਓ ਕਿ ਬਰਖਾ ਹੋਵੇ ਤਦਾ। ਸਾਰਿਆਂ ਦੇ ਵਿੱਚ ਇਹਨੇ ਇਹੀ ਰੌਲਾ ਪਾ ਦਿੱਤਾ, ਇਹੀ ਆਪਣਾ ਪ੍ਰਚਾਰ ਕੀਤਾ। ਕਹਿਣ ਲੱਗੇ ਕਿ ਬਰਖਾ ਇੱਥੇ ਤਦ ਹੀ ਹੋ ਸਕਦੀ ਹੈ, ਮੀਂਹ ਇੱਥੇ ਤਦ ਹੀ ਪੈ ਸਕਦਾ ਹੈ ਜਦ ਸ੍ਰੀ ਗੁਰ ਅੰਗਦ ਨਿਕਸੈ ਜਦਾ। ਕਿ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਅੰਗਦ ਜੀ, ਭਾਵ ਕਿ ਗੁਰੂ ਸਾਹਿਬ ਜੀ ਨੂੰ ਆਂਦਾ ਹੈ ਕਿ ਇਸ ਜਗ੍ਹਾ ਨੂੰ ਛੱਡ ਕੇ ਉਹ ਜਾਣਗੇ, ਤੇ ਇਸ ਪਿੰਡ ਨੂੰ ਛੱਡ ਕੇ ਜਾਣਗੇ ਤਾਂ ਹੀ ਇੱਥੇ ਬਰਖਾ ਹੋ ਸਕਦੀ ਹੈ। ਸੁਨ ਕੇਸ ਸੁਨ ਰਾਹਕ ਮਨ ਮੂਰਖ ਆਏ, ਨਿਕ ਸੋ ਗ੍ਰਾਮ ਕਠੋਰ ਅਲਾਏ। ਛਿਮਾ ਧਾਰ ਗੁਰ ਵਹਿਰ ਪਧਾਰੇ, ਨਹਿ ਕਨ ਬਰਖੇ ਕਿਨੋ ਨਿਹਾਰੇ। ਹੁਣ ਕਹਿ ਰਹੇ ਨੇ ਕਿ ਉਹ ਵਿਅਕਤੀ ਕਹਿ ਰਿਹਾ, ਕਹਿਣ ਲੱਗਾ ਸੁਨ ਰਾਹਕ ਮੂਰਖ ਮਤ ਆਏ। ਕਿ ਇਹਦੀ ਗੱਲ ਦੇ ਪਿੱਛੇ ਲੱਗ ਕਰਕੇ ਮੂਰਖ ਮਤ ਵਾਲੇ, ਮੰਦ ਬੁੱਧੀ ਵਾਲੇ ਕਿਸਾਨ ਜਿਹੜੇ ਸਨ, ਪਿੰਡ ਦੇ ਲੋਕ ਸਨ, ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਸ ਆਉਣਾ ਕੀਤਾ। ਉਹਨਾਂ ਵੀ ਇਹੀ ਗੱਲ ਕਹਿਣਾ ਕੀਤੀ, ਨਿਕ ਸੋ ਗ੍ਰਾਮ ਕਠੋਰ ਅਲਾਈ। ਬੜੇ ਕਠੋਰ ਲਫ਼ਜ਼ ਉਹਨਾਂ ਬੋਲੇ ਨੇ, ਬੜੇ ਮੰਦੇ ਲਫ਼ਜ਼ ਉਹਨਾਂ ਬੋਲੇ, ਤੇ ਇਹ ਵੀ ਕਿਹਾ ਕਿ ਇਸ ਨਗਰ ਦੇ ਵਿੱਚੋਂ ਤੁਸੀਂ ਜਾਣਾ ਕਰੋ। ਛਿਮਾ ਧਾਰ ਗੁਰ ਵਹਿਰ ਪਧਾਰੇ। ਹਿਰਦੇ ਦੇ ਵਿੱਚ ਪਾਤਸ਼ਾਹ ਜੀ ਧੀਰਜ ਨੂੰ ਧਾਰ ਕਰਕੇ ਇਸ ਨਗਰ ਨੂੰ ਛੱਡ ਕਰਕੇ ਉਹਨਾਂ ਨੇ ਜਾਣਾ ਕੀਤਾ। ਪਰ ਹਾਂ, ਜੋ ਗੱਲ ਤਪੇ ਨੇ ਆਖੀ ਸੀ ਕਿ ਇਹਨਾਂ ਦੇ ਜਾਣ ਦੇ ਸਾਰੀ ਵਰਖਾ ਹੋਵੇਗੀ, ਮੀਂਹ ਪਵੇਗਾ, ਨਹਿ ਕਨ ਬਰਹੇ ਕਿਨੋ ਨਿਹਾਰੇ। ਕਿ ਅਜੇ ਤੱਕ ਤਾਂ ਕੋਈ ਵਰਖਾ ਹੋਈ ਨਹੀਂ, ਅਜੇ ਤੱਕ ਤੇ ਕੋਈ ਮੀਂਹ ਪਿਆ ਨਹੀਂ, ਅਜੇ ਤੱਕ ਇੱਥੋਂ ਤੱਕ ਕਿ ਅਸੀਂ ਘਨ ਕਹਿੰਦੇ ਨੇ ਬੱਦਲ ਨੂੰ, ਕਹਿੰਦੇ ਵਰਖਾ ਤੇ ਬਹੁਤ ਦੂਰ ਦੀ ਗੱਲ ਹੈ, ਮੀਂਹ ਤਾਂ ਬਹੁਤ ਦੂਰ ਦੀ ਗੱਲ ਹੈ। ਕਹਿੰਦੇ ਅਜੇ ਤੱਕ ਬੱਦਲ ਵੀ ਨਹੀਂ ਅਸੀਂ ਆਸਮਾਨ ਤੇ ਵੇਖੇ ਕਿ ਬੱਦਲ ਵੀ ਆਏ ਹੋਣਗੇ। ਕਰੀ ਅਵਗਿਆ ਸਤਿਗੁਰ ਕੇਰੀ, ਤਪ ਤੈ ਤਪਾ ਮਤ ਸਰ ਤੇ ਹੇਰੀ। ਕਹਿੰਦੇ ਬੜਾ ਵੱਡਾ ਅਪਮਾਨ ਕੀਤਾ ਹੈ, ਬੜੀ ਵੱਡੀ ਇਹਨਾਂ ਗਲਤੀ ਕੀਤੀ ਹੈ। ਕਿਉਂ? ਕਿਉਂਕਿ ਤਪਾ ਕਹਿੰਦੇ ਨੇ ਉਹ ਈਰਖਾ ਦੇ ਨਾਲ ਸੜਿਆ ਪਿਆ ਸੀ, ਦੁਐਤ ਭਾਵਨਾ ਦੇ ਨਾਲ ਉਹ ਮੱਚ ਰਿਹਾ ਸੀ ਅੰਦਰੋਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦਾ ਪ੍ਰਚਾਰ ਮੈਂ ਖਤਮ ਕਰਾਂ। ਇਹਨਾਂ ਦੇ ਪਾਸ ਜੋ ਲੋਕ ਜਾ ਰਹੇ ਨੇ, ਜੋ ਸੰਗਤ ਜਾ ਰਹੀ ਹੈ, ਉਹ ਮੇਰੇ ਪਾਸ ਆਉਣਾ ਕਰੇ। ਭਇਓ ਅਬਹਿ ਅਪਰਾਧੀ ਇਹੋ, ਉਚਿਤ ਡੰਡ ਕੇ 100 ਲੱਖ ਲੇਹੋ। ਕਹਿੰਦੇ ਇਹਨਾਂ ਦੇ ਨਾਲ ਜੋ ਇਹਨੇ ਕੱਲੇ ਨੇ, ਕਿਸਾਨ ਜੋ ਵਿਅਕਤੀ ਕੱਲੇ ਨੇ,
ਅਪਰਾਧੀ ਅਸਲ ਦੇ ਵਿੱਚ ਹੈ ਤਾਂ ਉਹ ਵੀ ਨਹੀਂ, ਪਰ ਸਭ ਤੋਂ ਵੱਡਾ ਅਪਰਾਧੀ ਜਿਹੜਾ ਹੈ ਉਹ ਹੈ ਇਹ ਤਪਾ, ਜਿਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਸ ਉਹਨਾਂ ਨੂੰ ਭੇਜਣਾ ਕੀਤਾ। ਉਚਿਤ ਦੰਡ ਕੇ 100 ਲੱਖ ਲਿਓ, ਕਹਿੰਦੇ ਕਿ ਇਹਨੂੰ ਉੱਚ ਦੰਡ ਮਿਲਣਾ ਚਾਹੀਦਾ ਹੈ, ਬਹੁਤ ਵੱਡਾ ਦੰਡ, ਇਹਨੂੰ ਸਬਕ ਮਿਲਣਾ ਚਾਹੀਦਾ ਹੈ ਕਿ ਮੈਂ ਗੁਰੂ ਸਾਹਿਬ ਜੀ ਦੇ ਨਾਲ ਇਹ ਕਿਸ ਤਰ੍ਹਾਂ ਦਾ ਕਾਰਜ ਕੀਤਾ, ਗੁਰੂ ਸਾਹਿਬ ਜੀ ਦੇ ਨਾਲ ਇਹ ਕਿਸ ਤਰ੍ਹਾਂ ਦਾ ਮੈਂ ਸਲੀਕਾ ਵਰਤਿਆ ਹੈ, ਕਿਸ ਤਰ੍ਹਾਂ ਦਾ ਮੈਂ ਕੰਮ ਕੀਤਾ ਹੈ। ਆਓ ਬਾਬਾ ਅਮਰਦਾਸ ਜੀ ਨੂੰ ਇਹ ਵਿਅਕਤੀ ਤਪੇ ਦੇ ਵੱਲੋਂ ਕੀਤੇ ਹੋਏ ਵਿਰੋਧ ਦੇ ਬਾਰੇ ਸਾਰੀ ਵਿਥਿਆ ਇਹ ਸਮਝਾ ਰਿਹਾ ਹੈ, ਦੱਸ ਰਿਹਾ ਹੈ। ਸਮੇਂ ਦੀ ਸਮਾਪਤੀ ਹੈ, ਇਸ ਤੋਂ ਅਗਲੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਆਰੰਭ ਕਰਾਂਗੇ। ਕਿਸ ਤਰ੍ਹਾਂ ਬਾਬਾ ਅਮਰਦਾਸ ਜੀ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ ਪਾਸ ਜਾਂਦੇ ਨੇ, ਇਸ ਵਿਚਾਰ ਨੂੰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਤਿਗੁਰ ਸਾਹਿਬ ਜੀ ਕਿਰਪਾ ਕਰਨ, ਮਹਾਰਾਜ ਜੀ ਸਭਨਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣ। ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।